ਸਭ ਤੋਂ ਖਤਰਨਾਕ ਹੁੰਦਾ ਸੁਪਨੇ ਟੁੱਟ ਜਾਣਾ, ਤੇ ਸਾਡੇ ਸੁਪਨੇ ਨਹੀਂ ਟੁੱਟੇ ਹੈਗੇ। ਉਹ ਕਿਹੜਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਕਿਹੜੀ ਜਬਰਨ ਵਸੂਲੀ ਕੀਤੀ ਸੀ ਜਿਹਦਾ ਕਰਕੇ ਇਹ ਧਾਰਾਵਾਂ ਲਾਗੂ ਕੀਤੀਆਂ ਗਈਆਂ? ਲਗਾਤਾਰ ਉਹ ਹਮਲੇ ਕਰਨ ਦੀ ਕੋਸ਼ਿਸ਼ ਕਰਦੇ ਆ, ਅਰੈਸਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਜੇਕਰ ਔਰਤ ਨੂੰ ਕਸਟਡੀ ਦੇ ਵਿੱਚ ਰੱਖਿਆ ਜਾਂਦਾ ਤਾਂ ਮਰਦ ਨੂੰ ਤਾਂ ਸਿਰਫ ਕੁੱਟਿਆ ਹੀ ਜਾਂਦਾ, ਪਰ ਔਰਤ ਨੂੰ ਹੋਰ ਵੀ ਦੁੱਗਣੇ ਤਰੀਕੇ ਨਾਲ ਸ਼ੋਸ਼ਣ ਕੀਤਾ ਜਾਂਦਾ। 307 ਵਰਗੇ ਜਬਰਨ ਵਸੂਲੀ ਵਰਗੇ ਕੇਸ ਲਾਉਂਦੇ ਨੇ, ਪਰ ਫਿਰ ਵੀ ਅਸੀਂ ਆਪਦੇ ਮੈਦਾਨ ਵਿੱਚ ਖੜੇ ਆ। ਕਿਸਾਨ ਅੰਦੋਲਨ ਨੇ ਬਹੁਤ ਸਾਰੇ ਚਿਹਰਿਆਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਆ ਤੇ ਇਸ ਅੰਦੋਲਨ ਦੇ ਦਰਮਿਆਨ ਉਹ ਚਿਹਰੇ ਵੀ ਉਭਰੇ ਨੇ ਜਿਹੜੇ ਸ਼ੁਰੂਆਤੀ ਦੌਰ ਤੇ ਸ਼ਾਇਦ ਕਿਸਾਨ ਅੰਦੋਲਨ ਨਾਲ ਨਹੀਂ ਜੁੜੇ ਸੀਗੇ। ਉਹਨਾਂ ਨੇ ਕੁਝ ਹੋਰ ਮੁਹਿੰਮਾਂ ਵਿੱਢੀਆਂ ਸੀਗੀਆਂ, ਕੁਝ ਹੋਰ ਅੰਦੋਲਨ ਕੀਤੇ ਸੀਗੇ, ਪਰ ਜਿਵੇਂ ਹੀ ਇਹ ਅੰਦੋਲਨ ਉਭਾਰ ਚ ਆਉਂਦਾ ਤੇ ਉਹ ਚਿਹਰੇ ਵੀ ਨਿਖਰ ਕੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਆ। ਤੇ ਇਹਨਾਂ ਦੇ ਵਿੱਚੋਂ ਇੱਕ ਚਿਹਰਾ ਆ ਨੌਦੀਪ ਕੌਰ ਦਾ, ਜਿਹੜੀ ਮਜ਼ਦੂਰਾਂ ਦੇ ਅਧਿਕਾਰਾਂ ਲਈ ਕੁੰਡਲੀ ਇੰਡਸਟਰੀਅਲ ਏਰੀਏ 'ਚ ਸੰਘਰਸ਼ ਕਰਦੀ ਹੈ। ਫਿਰ ਇਹ ਅੰਦੋਲਨ ਜੁੜਦਾ ਹੈ ਨਾਲ ਤੇ ਨਾਮ ਉੱਭਰ ਕੇ ਸਾਹਮਣੇ ਆਉਂਦਾ, ਬਹੁਤ ਕੁਝ ਹੁੰਦਾ ਵਾਪਰਦਾ ਆ। ਇਸ ਸਮੇਂ ਨੌਦੀਪ ਕੌਰ ਹੋਰੀ ਸਾਡੇ ਨਾਲ ਮੌਜੂਦ ਨੇ। ਨੌਦੀਪ ਕੌਰ ਜੀ, ਇੱਕ ਉਹ ਸਮਾਂ ਹੰਢਾਇਆ ਕਿਹਾ ਜਾ ਸਕਦਾ ਹੈ ਕਿ ਜਿਹੜਾ ਕਿਸੇ ਵੀ ਸ਼ਖਸ ਦੇ ਲਈ ਸਾਰੀ ਜ਼ਿੰਦਗੀ ਨਾ ਭੁੱਲਣ ਵਾਲਾ ਹੁੰਦਾ ਆ। ਪੁਲਿਸ ਦੀ ਕੁੱਟ, ਕਿਉਂਕਿ ਪਾਸ਼ ਹੋਰੀ ਕਹਿੰਦੇ ਨੇ ਕਿ ਪੁਲਿਸ ਦੀ ਕੁੱਟ ਖਤਰਨਾਕ ਨਹੀਂ ਹੁੰਦੀ, ਸੁਪਨਿਆਂ ਦਾ ਟੁੱਟ ਜਾਣਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ। ਪਰ ਤੁਸੀਂ ਪੁਲਿਸ ਦੀ ਕੁੱਟ ਜਿਹੜੀ ਆ ਉਹ ਹੰਢਾਈ ਹੈ, ਨਾਲ ਦੀ ਨਾਲ ਤਸ਼ੱਦਦ ਹੰਢਾਇਆ ਤੇ ਹੱਕਾਂ ਦੀ ਆਵਾਜ਼ ਚੁੱਕਣੀ ਅਜੇ ਵੀ ਬੰਦ ਨਹੀਂ ਕੀਤੀ ਹੈ। ਕੀ ਕਹਿਣਾ ਹੈ? ਦੇਖੋ ਜੀ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਸੁਪਨੇ ਨਹੀਂ ਟੁੱਟਣੇ ਚਾਹੀਦੇ, ਸਭ ਤੋਂ ਖਤਰਨਾਕ ਹੁੰਦਾ ਸੁਪਨੇ ਟੁੱਟ ਜਾਣਾ, ਤੇ ਸਾਡੇ ਸੁਪਨੇ ਨਹੀਂ ਟੁੱਟੇ ਹੈਗੇ। ਸਾਡੀ ਅੱਜ ਵੀ ਡਿਮਾਂਡਸ ਜਿਹੜੀਆਂ ਪੂਰੀਆਂ ਨਹੀਂ ਹੋਈਆਂ, ਅੱਜ ਵੀ ਅਸੀਂ ਲੜ ਰਹੇ ਹੈਗੇ ਆ। ਲਗਾਤਾਰ ਉਹ ਹਮਲੇ ਕਰਨ ਦੀ ਕੋਸ਼ਿਸ਼ ਕਰਦੇ ਆ, ਅਰੈਸਟ ਕਰਨ ਦੀ ਕੋਸ਼ਿਸ਼ ਕਰਦੇ ਆ, 307 ਵਰਗੇ ਜਬਰਨ ਵਸੂਲੀ ਵਰਗੇ ਕੇਸ ਲਾਉਂਦੇ ਨੇ, ਪਰ ਫਿਰ ਵੀ ਅਸੀਂ ਆਪਦੇ ਮੈਦਾਨ ਵਿੱਚ ਖੜੇ ਆ। ਕਿਉਂਕਿ ਸਾਡੇ ਜਿਹੜੇ ਵਾਰਿਸ ਆ ਉਹ ਇਸ ਤਰੀਕੇ ਦੇ ਹੋਏ ਨੇ ਕਿ ਜਿਨ੍ਹਾਂ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ ਹਾਲਾਤਾਂ ਦੇ ਨਾਲ, ਚਾਹੇ ਉਹ ਭਗਤ ਸਿੰਘ ਹੋਣ, ਚਾਹੇ ਗੁਰੂ ਗੋਬਿੰਦ ਸਿੰਘ ਜੀ ਹੋਣ, ਚਾਹੇ ਜੀਵਨ ਸਿੰਘ ਜੀ ਹੋਣ, ਤਾਂ ਉਹਨਾਂ ਨੇ ਕਦੇ ਵੀ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ ਹੈਗਾ। ਅਸੀਂ ਇਤਿਹਾਸ ਨੂੰ ਚੱਕ ਕੇ ਦੇਖੀਏ ਤਾਂ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ। ਸਰਕਾਰਾਂ ਚਾਹੇ ਅੱਜ ਕਿੰਨੀਆਂ ਵੀ ਤਾਨਾਸ਼ਾਹ ਨੇ, ਪਰ ਲੋਕਾਂ ਦੀ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਹੈਗਾ। ਲੋਕਾਂ ਤੋਂ ਵੱਡਾ ਕੁਛ ਨਹੀਂ ਹੁੰਦਾ ਹੈਗਾ, ਚਾਹੇ ਕਿੰਨੇ ਵੀ ਹਥਿਆਰ ਲੈ ਕੇ ਉਹ ਹਮਲੇ ਕਰਨ, ਪਰ ਲੋਕ ਬਹੁਤ ਤਾਕਤਵਰ ਨੇ, ਲੋਕ ਹਮੇਸ਼ਾ ਜਿੱਤਦੇ ਨੇ। ਅੱਛਾ, ਉਹ ਕਿਹੜੇ ਨੁਕਤੇ ਸੀ ਜਿਹਦਾ ਕਰਕੇ ਪੁਲਿਸ ਨੇ ਇਹ ਕਿਹਾ ਕਿ ਜਬਰਨ ਵਸੂਲੀ ਕੀਤੀ ਜਾਈ ਹੈ ਨੌਦੀਪ ਕੌਰ ਦੇ ਕੋਲੋਂ, ਤੇ ਕਾਤਲਾਨਾ ਹਮਲਾ ਜਿਹੜਾ 307 ਜਿਹੜਾ ਆ ਉਹ ਇਰਾਦਾ ਕਤਲ ਦਾ ਪਰਚਾ ਦਰਜ ਹੁੰਦਾ? ਇਰਾਦਾ ਕਤਲ, ਉਹ ਕਿਹੜਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਕਿਹੜੀ ਜਬਰਨ ਵਸੂਲੀ ਕੀਤੀ ਸੀ ਜਿਹਦਾ ਕਰਕੇ ਇਹ ਧਾਰਾਵਾਂ ਲਾਗੂ ਕੀਤੀਆਂ ਗਈਆਂ? ਅਸੀਂ ਆਪਦਾ ਹੱਕ ਲੈਣ ਵਾਸਤੇ ਜਦੋਂ ਗਏ ਆ ਤੇ ਉਹਨਾਂ ਨੂੰ ਕਤਲ ਲੱਗਿਆ ਨਾ ਉਹ, ਕਿਉਂਕਿ ਇੱਕ ਮਜ਼ਦੂਰ ਜਦੋਂ ਖੜਾ ਹੋ ਕੇ ਆਪਦੇ ਹੱਕ ਦੀ ਡਿਮਾਂਡ ਕਰਦਾ, ਸਭ ਤੋਂ ਖਤਰਨਾਕ ਉਹ ਹੁੰਦਾ ਹੈ। ਕਿਉਂਕਿ ਅੱਜ ਕਿਸਾਨ ਖੜੇ ਨੇ, ਜੇਕਰ ਨਾਲ ਮਜ਼ਦੂਰ ਜੁੜਦੇ ਤਾਂ ਸਭ ਤੋਂ ਜ਼ਿਆਦਾ ਜਿਹੜਾ ਲਾਸ ਸਰਕਾਰ ਨੂੰ ਹੋਣ ਵਾਲਾ, ਬਹੁਤ ਜਲਦੀ ਜਿਹੜੀ ਜੰਗ ਜਿੱਤੀ ਜਾ ਸਕਦੀ ਆ। ਤੇ ਜਦੋਂ ਅਸੀਂ ਆਪਦੇ ਹੱਕ ਦੀ ਮੰਗ ਕਰਦੇ ਆ, ਜਦੋਂ ਅਸੀਂ ਵੇਤਨ ਦੀ ਮੰਗ ਕਰਦੇ ਆ, ਤਾਂ ਉਹਨਾਂ ਨੂੰ ਡਰ ਲੱਗਦਾ ਕਿ ਅੱਜ 300 ਲੋਕਾਂ ਦਾ ਜਿਹੜਾ ਵੇਤਨ ਮਿਲ ਗਿਆ ਤੇ ਕੱਲ੍ਹ ਨੂੰ ਜਿਹੜੇ ਲੱਖਾਂ ਲੋਕ ਬੈਠੇ ਨੇ ਜਿਨ੍ਹਾਂ ਦੇ ਲਾਕਡਾਊਨ ਵਿੱਚ ਪੈਸੇ ਰੁਕੇ ਨੇ, ਤਾਂ ਕੱਲ੍ਹ ਨੂੰ ਉਹ ਵੀ ਆਵਾਜ਼ ਚੁੱਕਣਗੇ। ਫਿਰ ਅਸੀਂ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਹੈ ਉਦੋਂ ਤੋਂ ਅਸੀਂ ਟੈਂਟ ਲਾ ਕੇ ਉੱਥੇ ਬੈਠੇ ਹਾਂ। ਲਗਾਤਾਰ ਅਸੀਂ ਮਜ਼ਦੂਰਾਂ ਨੂੰ ਇਕੱਠੇ ਕਰਕੇ ਲਗਾਤਾਰ ਹੜਤਾਲ ਕਰਦੇ ਹਾਂ। 2000 ਮਜ਼ਦੂਰ ਲੈ ਕੇ ਅਸੀਂ ਹੜਤਾਲ ਕਰਦੇ ਹਾਂ। ਤਾਂ ਉਹ ਟਾਰਗੇਟ ਕਰ ਰਹੇ ਸੀ ਕਿ ਹੋਰ ਮਜ਼ਦੂਰ ਇੱਥੇ ਨਾ ਮਾਤਰ ਕਿ ਹੈ ਹੀ ਨਹੀਂ ਸੀ ਮਜ਼ਦੂਰ, ਤੇ ਸਾਨੂੰ ਕੀ ਦਿਖ ਰਿਹਾ ਇਹਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ? ਤਾਂ ਅਸੀਂ ਇਹ ਕਹਿੰਦੇ ਹਾਂ ਕਿ ਕਿਸਾਨ ਦੇ ਨਾਲ ਮਜ਼ਦੂਰ ਜੁੜੇ ਹੋਏ ਨੇ, ਕਿਉਂਕਿ ਜੇਕਰ ਇਹ ਭੰਡਾਰ ਹੋਊਗਾ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਦੇਖੋ, ਜੇਕਰ ਫਸਲਾਂ ਦਾ ਭੰਡਾਰ ਹੋਊਗਾ ਬਿਨਾਂ ਲਿਮਿਟ ਕੋਈ ਨਹੀਂ ਹੈਗੀ, ਅਨਲਿਮਿਟਿਡ ਹੋਊਗਾ, ਤੇ ਇਹਦੇ ਵਿੱਚ ਅਸਰ ਕਿਤੇ ਪਊਗਾ? ਬਿਲਕੁਲ ਮਜ਼ਦੂਰਾਂ ਤੇ ਪੈਣ ਵਾਲਾ ਹੈ, ਕਿਉਂਕਿ 5 ਰੁਪਏ ਕਿਲੋ ਆਲੂ ਲੈ ਜਾਂਦੇ ਨੇ ਕਿਸਾਨਾਂ ਤੋਂ, 50 ਰੁਪਏ 60 ਰੁਪਏ ਕਿਲੋ ਤਾਂ ਮਜ਼ਦੂਰਾਂ ਵਿੱਚ ਜਾਂਦੇ ਨੇ। ਤਾਂ ਹੁਣ ਅਸੀਂ ਕਿਉਂ ਮਹਿੰਗਾਈ ਨੂੰ ਅੱਗੇ ਵਧਣ ਦਈਏ? ਅਸੀਂ ਜਿੰਨਾ ਚਿਰ ਹੈਗੇ ਆ ਅਸੀਂ ਆਵਾਜ਼ ਚੱਕਾਂਗੇ ਆਪਦੀ, ਕਿਉਂਕਿ ਅਸੀਂ ਉੱਥੇ ਆਪਦਾ ਹੱਕ ਲੈਣ ਗਏ, ਅਸੀਂ ਆਪਦੀ ਵੇਤਨ ਦੀ ਮੰਗ ਕਰਨ ਗਏ। ਦੇਖੋ, ਜਿਹੜਾ ਮਜ਼ਦੂਰ ਫੈਕਟਰੀ ਦੇ ਵਿੱਚ ਕਰੋੜਪਤੀ ਮਾਲਕ ਦੇ ਨੀਚੇ ਕੰਮ ਕਰਦਾ, ਕਿ ਉਹ ਜਬਰਨ ਵਸੂਲੀ ਕਰ ਸਕਦਾ? ਕਿ ਉਹ ਝੰਡੇ ਲੈ ਕੇ ਧਰਨਾ ਲੈ ਕੇ ਜਬਰਨ ਵਸੂਲੀ ਕਰਨ ਗਿਆ? ਤੇ ਪੁਲਿਸ ਕਹਿੰਦੀ ਆ ਕਿ ਇਹਨਾਂ ਨੇ ਸਾਡੇ ਤੇ ਪਹਿਲਾਂ ਵੀ ਹਮਲਾ ਕੀਤਾ। ਮੇਰੀ ਜਿਹੜੀ ਉਹ ਰਿਕਾਰਡਿੰਗ ਸੁਣਾ ਰਹੇ ਨੇ ਕਿ ਇਹਨੇ ਪਹਿਲਾਂ ਵੀ ਹਮਲਾ ਕੀਤਾ ਸੀ, ਦੁਬਾਰਾ ਵੀ ਹਮਲਾ ਕਰਾਂਗੇ। ਇਹਦਾ ਮਤਲਬ ਇਹ ਹੈ ਕਿ ਪੁਲਿਸ ਪਹਿਲਾਂ ਵੀ ਸਾਡੇ ਤੋਂ ਕੁੱਟ ਖਾ ਚੁੱਕੀ ਹੈ। ਅਸੀਂ ਇਹ ਗੁੰਡਿਆਂ ਨੂੰ ਕਹਿ ਵਾਰ-ਵਾਰ ਸਾਡੇ ਤੇ ਹਮਲਾ ਕਰ ਰਹੇ ਨੇ, ਉਦੋਂ ਕੋਈ ਕਾਰਵਾਈ ਨਹੀਂ ਹੁੰਦੀ। ਜੇਕਰ ਅਸੀਂ ਉੱਥੇ ਖੜਦੇ ਹਾਂ, ਜੇਕਰ ਅਸੀਂ ਪੁਲਿਸ ਤੇ ਹਮਲਾ ਕਰਨਾ ਹੁੰਦਾ, ਅਸੀਂ ਥਾਣੇ ਕਿਉਂ ਨਹੀਂ ਜਾਂਦੇ? ਅਸੀਂ ਉੱਥੇ ਕਿਉਂ ਨਹੀਂ ਜਾਂਦੇ ਜਿੱਥੇ ਪੁਲਿਸ ਖੜਦੀ ਆ? ਅਸੀਂ ਇਹ ਕੰਪਨੀ ਦੇ ਬਾਹਰ ਵੇਤਨ ਲੈਣ ਜਦੋਂ ਜਾਂਦੇ ਆ ਤਾਂ ਪੁਲਿਸ ਖੁਦ ਆ ਕੇ ਸ਼ਿੱਦਤ ਕਰਦੀ ਆ। ਜਦੋਂ ਅਸੀਂ ਉਹਦਾ ਵਿਰੋਧ ਕਰਦੇ ਹਾਂ, ਜਦੋਂ ਮੈਨੂੰ ਛਡਾਉਣ ਦੇ ਲਈ ਲੋਕ ਅੱਗੋਂ ਹਮਲਾ ਕਰਦੇ ਤਾਂ ਉਹਨੂੰ 307 ਬਣਾ ਦਿੱਤਾ ਜਾਂਦਾ ਹੈ। ਹਾਲਾਂਕਿ ਉਹ ਵੀਡੀਓ ਦੇ ਵਿੱਚ ਸਾਫ਼ ਜ਼ਾਹਿਰ ਹੋ ਰਿਹਾ ਕਿ ਮੈਂ ਉਸ ਵੀਡੀਓ ਵਿੱਚ ਰੋਕ ਰਹੀ ਹਾਂ ਲੋਕਾਂ ਨੂੰ, ਪਰ ਜਦੋਂ ਮੈਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਤਾਂ ਲੋਕ ਨਹੀਂ ਸਹਿਣ ਕਰ ਸਕੇ। ਲੋਕਾਂ ਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ,
ਫਿਰ ਉਹਨਾਂ ਨੇ ਜਬਰਨ ਸੂਲੀ ਲਾਇਆ 307 ਲਾਇਆ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜੇਕਰ ਇਹਨਾਂ ਦੇ ਮੇਨ ਬੰਦੇ ਫੜੇ ਜਾਣਗੇ ਤਾਂ ਲੋਕ ਪਿੱਛੇ ਹੋ ਜਾਣਗੇ, ਕਿਸਾਨ ਅੰਦੋਲਨ ਵੀ ਪਿੱਛੇ ਹੋ ਜਾਊਗਾ। ਇਹ ਤੋਂ ਇਹ ਪਤਾ ਲੱਗਾ ਸਾਡੀ ਸਰਕਾਰ ਜਿਹੜੀ ਕਮਜ਼ੋਰ ਹੋ ਗਈ ਆ, ਜਿਹੜੀ ਸਰਕਾਰ ਡਰਦੀ ਆ। ਕਮਜ਼ੋਰ ਹੋ ਗਈ ਹੈ। ਨਵਦੀਪ ਕੌਰ ਜੀ, ਇਸ ਅੰਦੋਲਨ ਦੇ ਵਿੱਚ ਅੱਧੀ ਆਬਾਦੀ ਨੇ ਘੱਟੋ ਘੱਟ ਜਿਹੜੀ ਚਰਚਾ ਚੱਲਦੀ ਸੀ ਉਸ ਚਰਚਾ ਨੂੰ ਵਿਰਾਮ ਦੇ ਦਿੱਤਾ ਕਿ ਅੱਧੀ ਆਬਾਦੀ ਪਿੱਛੇ ਨਹੀਂ ਹੈ। ਔਰਤਾਂ ਦੀ ਸ਼ਮੂਲੀਅਤ ਇਸ ਅੰਦੋਲਨ ਦੇ ਵਿੱਚ ਐਨ ਵੱਧ ਚੜ ਕੇ ਆ, ਮੋਢੇ ਨਾਲ ਮੋਢਾ ਜੋੜ ਕੇ ਔਰਤਾਂ ਨੇ ਜਿਹੜਾ ਇਹ ਅੰਦੋਲਨ ਅੱਗੇ ਵਿੱਢਿਆ। ਤੁਹਾਡੀ ਜਿਹੜੀ ਉਮਰ ਆ, ਇਸ ਉਮਰ ਦੇ ਵਿੱਚ ਤੇ ਖਾਸ ਤੌਰ ਤੇ ਔਰਤ ਹੋਣ ਦੇ ਨਾਤੇ, ਲੜਕੀ ਹੋਣ ਦੇ ਨਾਤੇ ਜ਼ਿਆਦਾ ਮੁਸੀਬਤਾਂ ਨਾਲ ਜੂਝਣਾ ਪੈਂਦਾ ਹੈ। ਹਾਲਾਤ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦੇ ਜਦੋਂ ਤੁਸੀਂ ਅੰਦੋਲਨ ਦੀ ਰਾਹ ਤੁਰਦੇ ਹੋ। ਕਦੀ ਇਦਾਂ ਦਾ ਮਹਿਸੂਸ ਹੋਇਆ ਕਿ ਇੱਕ ਲੜਕੀ ਹੋ ਕੇ, ਇੱਕ ਔਰਤ ਹੋ ਕੇ ਇਹ ਸੰਘਰਸ਼ ਵਿੱਢਣੇ, ਅਗਵਾਈ ਕਰਨੀ ਸੰਘਰਸ਼ਾਂ ਦੀ ਹੋਰ ਵੀ ਔਖੀ ਹੋ ਜਾਂਦੀ ਹੈ ਮਰਦ ਦੇ ਮੁਕਾਬਲੇ? ਬਿਲਕੁਲ ਜੀ, ਔਰਤਾਂ ਲਈ ਬਹੁਤ ਜ਼ਿਆਦਾ ਔਖਾ ਹੈ। ਜਦੋਂ ਅਸੀਂ ਘਰ ਤੋਂ ਬਾਹਰ ਵੀ ਨਿਕਲਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਉਹਨਾਂ ਦਾ ਵਿਆਹ ਕਿਉਂ ਨਹੀਂ ਕਰਦੇ। ਸਾਡੇ ਨਾਲ ਦੀਆਂ ਕੁੜੀਆਂ ਦੇ ਵਿਆਹ ਹੋ ਗਏ, ਅੱਜ ਸਾਡੇ ਆਸ-ਪਾਸ ਦੇ ਏਰੀਆ ਦੇ ਵਿੱਚ ਇਹੀ ਕਹਿੰਦੇ ਕਿ ਇਹ ਆਪਦੀ ਕੁੜੀਆਂ ਦੇ ਵਿਆਹ ਕਿਉਂ ਨਹੀਂ ਕਰਦੇ। ਜਦੋਂ ਅਸੀਂ ਉੱਥੇ ਜਾਂਦੇ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਉਠਾਏ ਜਾਂਦੇ ਆ, ਕਿਉਂਕਿ ਜੇਕਰ ਆਪਾਂ ਬਾਹਰ ਜਾਵਾਂਗੇ ਸਾਨੂੰ ਲੜਕੇ ਨਾਲ ਵੀ ਗੱਲ ਕਰਨੀ ਪਊਗੀ, ਸਾਨੂੰ ਬੰਦਿਆਂ ਦੇ ਵਿੱਚ ਖੜੇ ਹੋਣਾ ਪਊਗਾ, ਤੇ ਉਹ ਔਰਤ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ, ਕਿਉਂਕਿ ਉਹ ਲੋਕ ਕਹਿੰਦੇ ਨੇ ਕਿ ਤਾਂ ਬੰਦਿਆਂ ਨਾਲ ਗੱਲਾਂ ਕਰਦੀਆਂ ਨੇ, ਪਰ ਅਸੀਂ ਫਿਰ ਵੀ ਖੜੇ ਹਾਂ। ਪਰ ਜਦੋਂ ਅਸੀਂ ਉੱਥੇ ਲੜਾਈ ਕਰਦੇ ਹਾਂ, ਜਾ ਕੇ ਆਪਦੇ ਹੱਕਾਂ ਦੀ ਮੰਗ ਕਰਦੇ ਆ, ਉਹਦਾ ਪੁਲਿਸ ਵੀ ਤਸ਼ੱਦਦ ਕਰਦੀ ਹੈ, ਬਿਨਾਂ ਲੇਡੀਜ਼ ਕਾਂਸਟੇਬਲ ਤੋਂ ਆ ਕੇ ਮਾਰਦੇ ਕੁੱਟਦੇ ਨੇ ਵੀ ਨੇ। ਤੇ ਜੇਕਰ ਔਰਤ ਨੂੰ ਕਸਟਡੀ ਦੇ ਵਿੱਚ ਰੱਖਿਆ ਜਾਂਦਾ ਤਾਂ ਮਰਦ ਨੂੰ ਤਾਂ ਸਿਰਫ ਕੁੱਟਿਆ ਹੀ ਜਾਂਦਾ, ਪਰ ਔਰਤ ਨੂੰ ਹੋਰ ਵੀ ਦੁੱਗਣੇ ਤਰੀਕੇ ਦੇ ਨਾਲ ਸ਼ੋਸ਼ਣ ਕੀਤਾ ਜਾਂਦਾ। ਉਹਨੂੰ ਉਸ ਤਰੀਕੇ ਦੇ ਨਾਲ ਰਿਅਲਾਈਜ਼ ਕਰਾਇਆ ਜਾਂਦਾ ਕਿ ਤੂੰ ਇੱਕ ਔਰਤ ਆ, ਤੇਰਾ ਹੱਕ ਨਹੀਂ ਬਣਦਾ ਖੜੀ ਹੋਣ ਦਾ। ਮਤਲਬ ਉਹਨੂੰ ਅਹਿਸਾਸ ਦਿਵਾਇਆ ਜਾਂਦਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਤਾਂ ਲਗਾਤਾਰ ਅਸੀਂ ਇਹ ਦੇਖਦੇ ਹਾਂ ਕਿ ਔਰਤਾਂ ਦਾ ਜਿਹੜਾ ਸੰਘਰਸ਼ ਕਰਨਾ ਬਹੁਤ ਹੀ ਜ਼ਿਆਦਾ ਖਤਰਨਾਕ ਹੈ, ਬਹੁਤ ਜ਼ਿਆਦਾ ਔਖਾ ਹੈ। ਤੇ ਇਸ ਲਈ ਅਸੀਂ ਔਰਤਾਂ ਦੀ ਮੁਕਤੀ ਦੇ ਵਾਸਤੇ ਅਸੀਂ ਇਹੀ ਕਹਾਂਗੇ ਕਿ ਕਿਸਾਨ, ਮਜ਼ਦੂਰ ਤੇ ਔਰਤਾਂ ਨੂੰ ਅੱਗੇ ਆਉਣਾ ਪਊਗਾ, ਫਿਰ ਜਾ ਕੇ ਔਰਤਾਂ ਦੀ ਮੁਕਤੀ ਹੋਊਗੀ, ਵਰਨਾ ਔਰਤਾਂ ਦੀ ਮੁਕਤੀ ਨਹੀਂ ਹੈਗੀ। ਔਖਾ ਆ, ਪਰ ਇਹ ਔਖਾ ਪੈਂਡਾ ਤੁਸੀਂ ਤੈਅ ਕਰਨਾ ਸ਼ੁਰੂ ਕਰ ਦਿੱਤਾ। ਸਫ਼ਰ ਜਿਹੜਾ ਇਹ ਲੰਬਾ ਵੀ ਹੁੰਦਾ, ਕਿਉਂਕਿ ਸੰਘਰਸ਼ ਦੇ ਰਾਹ ਨਾ ਤਾਂ ਛੇਤੀ ਖਤਮ ਹੁੰਦੇ ਆ ਤੇ ਨਾ ਇਹਨੇ ਸੁਖਾਲੇ ਹੁੰਦੇ ਆ। ਪੈਰ ਪੈਰ ਤੇ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ। ਹੁਣ ਜਦੋਂ ਜ਼ਮਾਨਤ ਮਿਲ ਗਈ ਹੈ, ਕੀ ਉਹਦੇ ਤੋਂ ਬਾਅਦ ਕੋਈ ਇਦਾਂ ਦੀ ਕਾਨੂੰਨੀ ਲੜਾਈ ਲੜਨ ਦੀ ਵੀ ਕਵਾਇਦ ਆਰੰਭ ਰਹੇ ਹੋ ਕਿ ਜਿਹੜਾ ਤਸ਼ੱਦਦ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਕੀਤਾ, ਜਿਹੜਾ ਗੈਰ ਸੰਵਿਧਾਨਕ, ਗੈਰ ਕਾਨੂੰਨੀਆਂ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਹੁਣ ਪੁਲਿਸ ਦੇ ਖਿਲਾਫ ਵੀ ਕੋਈ ਮੁਕੱਦਮਾ ਦਾਇਰ ਕਰਨ ਦੀ, ਕੋਈ ਕਾਨੂੰਨੀ ਚਾਰਾਜ਼ੋਈ ਕਰਨ ਦੀ ਵਿਉਂਤਬੰਦੀ ਘੜੀ ਹੈ, ਜਾਂ ਲੱਗਦਾ ਕਿ ਨਹੀਂ ਜੋ ਹੋਣਾ ਸੀ ਹੋ ਗਿਆ, ਹੱਕਾਂ ਦੀ ਲੜਾਈ ਬਾਦ ਦਸਤੂਰ ਜਾਰੀ ਰਹੇਗੀ, ਉਹ ਚੈਪਟਰ ਜਿਹੜਾ ਇੱਕ ਪਾਸੇ ਕਰ ਦੇਣਾ ਹੈ? ਦੇਖੋ ਜੀ, ਜੇਕਰ ਅੱਜ ਜਨਤਾ ਦੇ ਸਪੋਰਟ ਦੇ ਕਰਕੇ ਬੇਲ ਮਿਲੀ ਆ ਤਾਂ ਅਸੀਂ ਆਪਦਾ ਜ਼ਰੂਰ ਐਪਲੀਕੇਸ਼ਨ ਵਗੈਰਾ ਲਾਵਾਂਗੇ, ਅਸੀਂ ਆਪਦੀ ਕਾਰਵਾਈ ਜ਼ਰੂਰ ਕਰਾਂਗੇ, ਕਾਨੂੰਨੀ ਕਾਰਵਾਈ, ਕਿਉਂਕਿ ਇਹ ਤਾਂ ਬਿਲਕੁਲ ਗੈਰ ਕਾਨੂੰਨੀ ਆ। ਅਸੀਂ ਜੇਕਰ ਆਪਦੇ ਕਾਨੂੰਨ ਦੇ ਹਿਸਾਬ ਦੇ ਨਾਲ ਅਸੀਂ ਧਰਨੇ ਲਾ ਸਕਦੇ ਹਾਂ ਕਾਨੂੰਨੀ ਤੌਰ ਤੇ, ਤਾਂ ਇਹ ਵੀ ਗੈਰ ਕਾਨੂੰਨੀ ਹੈ ਵੀ ਕਿ ਉਹ ਬਿਨਾਂ ਲੇਡੀਜ਼ ਕਾਂਸਟੇਬਲ ਤੋਂ ਫੜ ਕੇ ਉਹ ਟੌਰਚਰ ਕਰਨ। ਸ਼ਿਵ ਕੁਮਾਰ ਨੂੰ ਬਿਨਾਂ ਅਵੈਧ ਕਸਟਡੀ ਤੋਂ ਫੜਿਆ ਜਾਵੇ ਤੇ ਟੌਰਚਰ ਹੀ ਹੈ, ਬਹੁਤ ਗਲਤ ਤਰੀਕੇ ਨਾਲ। ਅਸੀਂ ਆਪਦੀ ਕਾਰਵਾਈ ਕਰਾਂਗੇ, ਨਾਲ ਨਾਲ ਅਸੀਂ ਸੰਘਰਸ਼ ਨੂੰ ਵੀ ਜਾਰੀ ਰੱਖਾਂਗੇ ਜੀ। ਸੰਘਰਸ਼ ਨੂੰ ਵੀ ਜਾਰੀ ਰੱਖੋਗੇ। ਹੁਣ ਤੁਹਾਡਾ ਸੰਘਰਸ਼ ਜਿਹੜਾ ਇਸ ਕਿਸਾਨ ਅੰਦੋਲਨ ਦੇ ਦਰਮਿਆਨ ਇੱਕ ਚਿਹਰਾ ਬਣ ਗਈ ਹੈ ਨਵਦੀਪ ਕੌਰ, ਔਰ ਉਹ ਚਿਹਰੇ ਨੂੰ ਪਛਾਣਿਆ ਜਾਂਦਾ, ਜਾਣਿਆ ਜਾਂਦਾ। ਸ਼ਾਇਦ ਜਦੋਂ ਕੁੰਡਲੀ ਇੰਡਸਟਰੀਅਲ ਏਰੀਆ 'ਚ ਨਵਦੀਪ ਕੌਰ ਪ੍ਰੋਟੈਸਟ ਕਰਦੀ ਸੀ, ਪੰਜਾਬ ਦਾ ਕੋਈ ਸ਼ਖਸ ਨਹੀਂ ਸੀ ਜਾਣਦਾ। ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਸੀਗਾ ਕਿ ਨਵਦੀਪ ਕੌਰ ਕੌਣ ਆ, ਕਿਉਂ ਕੁੰਡਲੀ ਤੇ ਪ੍ਰੋਟੈਸਟ ਕਰਦੀ ਆ। ਹੁਣ ਜਦੋਂ ਚਿਹਰਾ ਜਾਣਿਆ ਪਛਾਣਿਆ ਬਣ ਗਿਆ, ਕੀ ਲੱਗਦਾ ਹੈ ਕਿ ਇਸ ਸੰਘਰਸ਼ ਦੀ ਰਾਹ ਦੇ ਉੱਤੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ, ਜਾਂ ਨਵਦੀਪ ਨੂੰ ਕੋਈ ਫਰਕ ਨਹੀਂ ਪੈਂਦਾ, ਚਿਹਰਾ ਜਾਣਿਆ ਪਛਾਣਿਆ ਬਣਦਾ ਜਾਂ ਬੇਪਛਾਣਾ ਬਣਦਾ, ਉਹਨੇ ਜਿਹੜਾ ਕੰਮ, ਜਿਹੜਾ ਅੰਦੋਲਨ, ਜਿਹੜੀ ਮੁਹਿੰਮ ਵਿੱਢੀ ਸੀ, ਉਹ ਉਹਦੇ ਤੇ ਅੱਖਾਂ ਬੰਦ ਕਰਕੇ ਉਸੇ ਤਰੀਕੇ ਨਾਲ ਤੁਰਦੀ ਰਹੇਗੀ? ਦੇਖੋ, ਜਦੋਂ ਚਿਹਰਾ ਜਾਣਿਆ ਪਛਾਣਿਆ ਜਾਂਦਾ ਤਾਂ ਲੋਕਾਂ ਨੂੰ ਕੁਝ ਉਮੀਦਾਂ ਵੱਧ ਜਾਂਦੀਆਂ ਨੇ, ਤਾਂ ਉਹਨਾਂ ਉਮੀਦਾਂ ਵਾਸਤੇ ਨੂੰ ਉਹਦੀ ਕਪੈਸਿਟੀ ਵਧਾਉਣੀ ਪੈਂਦੀ ਹੈ। ਤਾਂ ਉਹ ਕਪੈਸਿਟੀ ਮੈਨੂੰ ਵਧਾਉਣੀ ਪੈਣੀ ਹੈ, ਕਿਉਂਕਿ ਪਹਿਲਾਂ ਮੈਂ ਸਿਰਫ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਸੀ, ਪਰ ਹੁਣ ਇਹ ਹੈ ਕਿ ਲੋਕਾਂ ਦੀਆਂ ਉਮੀਦਾਂ ਨੇ ਕਿ ਬਾਕੀ ਵੀ ਲੋਕਾਂ ਦੀ ਆਵਾਜ਼ ਤੋਂ ਮੈਂ ਚੱਕਾਂ। ਤਾਂ ਹੁਣ ਮੈਨੂੰ ਇਹ ਹੈ ਕਿ ਮੈਂ ਜਿਹੜੇ ਲੋਕ ਮੇਰੇ ਤੋਂ ਉਮੀਦ ਕਰਦੇ ਨੇ ਉਹਨਾਂ ਉਮੀਦਾਂ ਤੇ ਖਰੀ ਉਤਰਾਂ ਮੈਂ, ਤੇ ਹਰ ਜਗ੍ਹਾ ਦੇ ਵਿੱਚ ਜਿੱਥੇ ਵੀ ਮਜ਼ਦੂਰਾਂ ਨਾਲ, ਕਿਸਾਨਾਂ ਨਾਲ, ਔਰਤਾਂ ਨਾਲ ਗਲਤ ਤਰੀਕੇ ਨਾਲ ਹੁੰਦਾ ਹੈ, ਮੈਂ ਉੱਥੇ ਖੜੀ ਰਵਾਂ। ਇਹ ਮੇਰਾ ਜਿਹੜਾ ਲੋਕਾਂ ਜਿਹੜੀ ਉਮੀਦ ਆ, ਤੇ ਉਹਨੂੰ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਕਿ ਮੈਂ ਠੀਕ ਤਰੀਕੇ ਨਾਲ ਨਿਭਾ ਪਾਵਾਂ। ਲੱਗਦਾ ਕਿ ਤੁਹਾਡੇ ਲਈ ਦਿੱਕਤ ਵੀ ਪੈਦਾ ਹੋ ਰਹੀ, ਜਿਸ ਤਰੀਕੇ ਨਾਲ ਮਹਿਲਾ ਦਿਵਸ ਦੇ ਉੱਤੇ ਤੁਸੀਂ ਦਿੱਲੀ ਯੂਨੀਵਰਸਿਟੀ ਜਾਂਦੇ ਹੋ ਤੇ ਧੱਕਾ ਮੁੱਕੀ ਉੱਥੇ ਤੁਹਾਡੇ ਨਾਲ ਹੁੰਦੀ, ਇੱਕ ਜਾਣਿਆ ਪਛਾਣਿਆ ਚਿਹਰਾ ਹੋਣ ਦਾ ਨੁਕਸਾਨ ਵੀ ਹੁੰਦਾ ਹੈ ਤੁਹਾਨੂੰ? ਦੇਖੋ ਜੀ, ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੁੰਦਾ, ਕੋਈ ਉਹਦੇ ਸਿਰਫ ਬਚਾਉਣ ਵਾਲੇ ਹੋਣ। ਦੁਸ਼ਮਣ ਵੀ ਲਗਾਤਾਰ ਵੱਧਦੇ ਨੇ। ਜਦੋਂ ਸਰਕਾਰਾਂ ਦੇ ਨਾਲ ਮੱਥਾ ਲਾ ਲਿਆ ਏ, ਇੰਨੀਆਂ ਖਤਰਨਾਕ ਸਰਕਾਰਾਂ ਜਿਹੜੀਆਂ ਆਪਦੇ ਗੁੰਡੇ ਭੇਜਦੀਆਂ ਨੇ, ਆ ਪੁਲਿਸ ਭੇਜਦੀ ਹੈ, ਜਾਂ ਫਿਰ ਬੀਜੇਪੀ ਦੇ ਅੰਧ ਭਗਤ ਜਿਹੜੇ ਹਮਲਾ ਕਰਨ ਆਉਂਦੇ ਨੇ,
ਜਿਹੜੇ ਕਦੋਂ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਪਹਿਲਾਂ ਵੀ ਗੋਲੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਬਚ ਗਈ ਸੀ ਉਦੋਂ ਵੀ। ਪਰ ਇਹ ਆ ਕਿ ਜਨਤਾ ਤੋਂ ਵੱਧ ਕੇ ਕੋਈ ਵੀ ਕੁਝ ਨਹੀਂ ਹੁੰਦਾ। ਜਨਤਾ ਇੱਕ ਸਮੁੰਦਰ ਆ ਜਿਹਦੇ ਵਿੱਚ ਅਸੀਂ ਜਾਵਾਂਗੇ ਪਰ ਜਨਤਾ ਹੀ ਸਾਨੂੰ ਬਚਾਊਗੀ। ਪਹਿਲਾਂ ਵੀ ਲਗਾਤਾਰ ਹਮਲੇ ਹੋਏ ਤੇ ਲੋਕਾਂ ਨੇ ਹੀ ਮੈਨੂੰ ਬਚਾਇਆ ਸੀਗਾ। ਮਹਿਲਾ ਦਿਵਸ ਵੀ ਲੋਕਾਂ ਨੇ ਹੀ ਮੈਨੂੰ ਬਚਾਇਆ ਕਿਉਂਕਿ ਉਸ ਤਰ੍ਹਾਂ ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀ ਖਿੱਚਣ ਦਾ। ਪਰ ਜਨਤਾ ਨੂੰ ਨਾਲ ਖੜੇ ਦੇਖ ਕੇ ਤਾਂ ਡਰਨ ਦੀ ਲੋੜ ਨਹੀਂ ਹੈਗੀ ਮੈਨੂੰ, ਕਿਉਂਕਿ ਉਹ ਲਗਾਤਾਰ ਹਮਲੇ ਕਰਦੇ ਰਹਿਣਗੇ। ਜਦੋਂ ਵੀ ਆਪਾਂ ਕੋਈ ਅੰਦੋਲਨ ਕਰਦੇ ਉਹਦੇ ਬਲੀਦਾਨ ਦੇਣ ਦੀ ਜ਼ਰੂਰਤ ਪੈਂਦੀ ਹੈ। ਬਿਨਾਂ ਬਲੀਦਾਨ ਦਿੱਤੇ ਸਾਨੂੰ ਕੁਝ ਨਹੀਂ ਮਿਲਦਾ ਤੇ ਉਹੀ ਬਲੀਦਾਨ ਅਸੀਂ ਜ਼ਰੂਰ ਦੇਵਾਂਗੇ ਜੀ। ਆਖਰੀ ਸਵਾਲ ਹੈ, ਟੱਬਰ ਦੀ ਇਸ ਵੇਲੇ ਪਰਿਵਾਰ ਦੀ ਕੀ ਸਥਿਤੀ ਹੈ? ਪਰਿਵਾਰ ਕੀ ਕਹਿੰਦਾ ਹੈ? ਕਿਉਂਕਿ ਜਦੋਂ ਤੁਹਾਡਾ ਬੱਚਾ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ, ਜਦੋਂ ਇਦਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਆਉਂਦਾ ਤੇ ਅਕਸਰ ਮਾਂ-ਬਾਪ ਇਹੀ ਕਹਿੰਦੇ ਆ ਕਿ ਭਾਈ ਹੁਣ ਬਚਾਈ ਕੀਤਾ ਜਾਵੇ ਜਿੰਨਾ ਹੋ ਸਕਦਾ। ਕੀ ਤੁਹਾਡੇ ਮਾਤਾ ਸ਼੍ਰੀ, ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਜਿਹੜੇ ਆ ਕਿਸੇ ਗੱਲੋਂ ਇਹਤਿਆਤ ਰੱਖਣ ਦੇ ਲਈ ਤੁਹਾਨੂੰ ਕਹਿੰਦੇ ਆ, ਜਾਂ ਕਹਿੰਦੇ ਠੀਕ ਹੈ ਜਿਹੜੇ ਸੰਘਰਸ਼ ਦੀ ਰਾਹ ਤੁਰੇ ਰਹੋ, ਅਸੀਂ ਤੁਹਾਡੇ ਨਾਲ ਆ? ਦੇਖੋ ਜੀ, ਮੇਰੇ ਮੰਮੀ ਪਾਪਾ ਨੇ ਪਹਿਲਾਂ ਹੀ ਮੈਨੂੰ ਬਹੁਤ ਸਪੋਰਟ ਕੀਤਾ ਕਿ ਤੁਸੀਂ ਕੰਮ ਕਰੋ। ਪਰ ਫਿਰ ਵੀ ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਜਿਵੇਂ ਗੋਲੀ ਚੱਲ ਗਈ ਸੀ ਉਸ ਦਿਨ ਜਾਂ ਫਿਰ ABVP ਨੇ ਹਮਲਾ ਕੀਤਾ ਤਾਂ ਉਹ ਕਹਿੰਦੇ ਥੋੜ੍ਹਾ ਜਿਹਾ ਬਚਾਅ ਰੱਖੋ। ਪਰ ਇਹ ਵੀ ਕਹਿ ਰਹੇ ਨਾਲ ਕਿ ਤੇਰਾ ਜਨਮ ਚਾਹੇ ਕਿਤੇ ਵੀ ਹੋਇਆ ਪਰ ਮੈਂ ਅੱਜ ਪੰਜਾਬ ਦੀ ਪੂਰੇ ਦੇਸ਼ ਦੀ ਬੇਟੀ ਹਾਂ ਤੇ ਉਸ ਦੇ ਨਾਂ 'ਤੇ ਮੈਨੂੰ ਲੋਕਾਂ ਦੀ ਜਿਹੜੀਆਂ ਉਮੀਦਾਂ 'ਤੇ ਕੰਮ ਕਰਨਾ ਚਾਹੀਦਾ। ਪਰ ਸਪੋਰਟ ਮੇਰੇ ਘਰਦਿਆਂ ਦੀ ਪੂਰੀ ਹੈ, ਪਰ ਡਰ ਵੀ ਹੁੰਦਾ ਹੈ। ਮਾਂ-ਬਾਪ ਨੂੰ ਹਮੇਸ਼ਾ ਡਰ ਹੁੰਦਾ ਚਾਹੇ ਕੋਈ ਵੀ ਇਨਸਾਨ ਹੋਵੇ। ਪਰ ਉਹਨਾਂ ਨੇ ਮੈਨੂੰ ਇਹ ਕਿਹਾ ਜਨਮ ਤੇਰਾ ਚੱਲ ਇੱਥੇ ਹੋਇਆ ਹੈ ਪਰ ਤੈਨੂੰ ਅੱਜ ਸਾਰੇ ਹੀ ਲੋਕ ਆਪਦੀ ਬੇਟੀ ਸਮਝਦੇ ਤੇ ਉਸ ਬੇਟੀ ਹੋਣ ਦੇ ਨਾਤੇ ਮੈਨੂੰ ਕੰਮ ਕਰਨਾ ਪੈਣਾ ਹੈ। ਨਵਦੀਪ ਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਔਰ ਉਮੀਦ ਰੱਖਦੇ ਹਾਂ ਕਿ ਇਸੇ ਤਰੀਕੇ ਨਾਲ ਲੋਕਾਂ ਦੇ ਮੁੱਦੇ, ਅੱਧੀ ਆਬਾਦੀ ਦੇ ਮੁੱਦੇ, ਮਜ਼ਦੂਰਾਂ ਦੇ ਮੁੱਦੇ ਚੁੱਕਦੇ ਰਹੋਗੇ ਤੇ ਉਹਨਾਂ ਮੁੱਦਿਆਂ ਨੂੰ ਅੱਗੇ ਤੋੜ ਚੜਾਉਣ ਦੇ ਲਈ ਵੀ ਤਰੱਦਦ ਲਗਾਤਾਰ ਜਿਹੜੇ ਕਰਦੇ ਰਹੋਗੇ। ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਇਹ ਸਾਨੂੰ ਨਵਦੀਪ ਕੌਰ ਹੋਰੀ ਜਿਹੜੇ ਕਹਿੰਦੇ ਨੇ ਕਿ ਲੜਾਈ ਬਾਦ ਦਸਤੂਰ ਜਿਹੜੀ ਆ ਉਹ ਜਾਰੀ ਰਹੇਗੀ। ਪਰਿਵਾਰ ਵੱਲੋਂ ਪੂਰਾ ਸਮਰਥਨ ਜਿਹੜਾ ਮਿਲ ਰਿਹਾ ਆ। ਹੁਣ ਇਹ ਲੜਾਈ ਕਿੱਥੋਂ ਤੱਕ ਚੱਲੇਗੀ? ਨਵਦੀਪ ਕੌਰ ਜਿਹੜੇ ਸੰਘਰਸ਼ਾਂ ਨੂੰ ਵਿੱਢ ਚੁੱਕੀ ਆ ਉਹਨਾਂ ਸੰਘਰਸ਼ਾਂ ਨੂੰ ਤੋੜ ਕਿਵੇਂ ਚੜਾਏਗੀ, ਇਹ ਫਿਲਹਾਲ ਭਵਿੱਖ ਦੀ ਗੋਦ ਦੇ ਵਿੱਚ ਆ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਆ ਕਿ ਜੇ ਸਾਡੀ ਨੌਜਵਾਨ ਪੀੜ੍ਹੀ ਇੰਜ ਘੱਟੋ ਘੱਟ ਉਹਦਾ ਸਿਰ ਜਾਗਦਾ ਹੋਏਗਾ, ਉਹਨੂੰ ਪਤਾ ਹੋਏਗਾ ਕਿ ਹੱਕ ਮੇਰੇ ਕਿਹੜੇ ਨੇ, ਉਹਨਾਂ ਨੂੰ ਪ੍ਰਾਪਤ ਕਿਵੇਂ ਕਰਨਾ, ਤੇ ਚੰਗੇ ਭਵਿੱਖ ਦੀ ਕਾਮਨਾ ਅਸੀਂ ਪੰਜਾਬ ਦੀ ਜ਼ਰੂਰ ਕਰ ਸਕਦੇ ਹਾਂ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਗੁਰਾਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।